कराए तेहा खाओ करी वखियान। परम सन्मान योग जुग हो जुग अटल सतगुरु तन तन गुरु ग्रंथ से महाराज जी दी पावन पवित्र हजूरी अंदर सोबाए मान कोई बैठे गुरु सवारी सत संगी जनों वडभागी हो। सतगुरां दी अपार बख्शिश रहमत सदका सतगुरां दे पावन दरबार अंदर जुड़ बैठ सत संगी रूप अंदर मिल के नितनेम बाणी दे जाप कीते हन। सतगुरु कृपा करन गाविया सुनिया हिरदे दा शिंगार बन जाए। साहिब सतगुरु गुरु तेग बहादुर साहिब जी दे 400 साला आगमन पुरब दियां खुशियां नूं समर्पित अमृत वेले दे इन्हां विशेष दीवानां अंदर जुड़ बैठ सतगुरु गुरु तेग बहादुर साहिब जी दे पावन बाणी विचों दर्शन दीदार करन दा आपां यतन कर रहे हैं। श्लोकां अंदर साहिब जी ने जो बख्शिश कीती कल आपां विचार रहे सां। साहिब कहन लगे दुनिया अंदर आए हुए जीव तू दुनिया दे लोकां दे गुण तां गाई जांदा है पर करते दे गुणां नूं अपने जीवन दे अंदर लागू नहीं करदा। जिस दिन रब दे गुरु दे गुणां नूं गाउणा शुरू कर देगा तेरी प्रीत मछली वांग जिवें उस दी पानी दे नाल है तेरी बाणी दे नाल बन जाए। तेरा संसार दे अंदर आया होया तां ही सफला होवेगा। नहीं ते साहिब कहन लगे विकारां दे अंदर ए जीवन खुआर हो जाएगा। मिले हुए समय दी जिन्हां ने कदर ना जानी फिर समय ने भी उन्हां नूं मिटा दिता। जिन्हां ने समय दी कदर जानी फिर समय ने उन्हां नूं इस दुनिया दे तख्ते ते उजागर कर दिता। विस्तार सहित आपां इन्हां बचनां नूं कल सरवण कर रहे सां। सतगुरु गुरु तेग बहादुर साहिब जी अगे की बख्शिश कर रहे ने। विचार आरंभन तो पहला रसना नूं पवित्र करदे होए प्यार सत्कार दे नाल उच्चारण करो जी। सतनाम वाहिगुरु जी तरना पो इयों ही गयो लियो जरा तन जीत। कहो नानक भज हर मना औद जात है बीत। बिरद पयो सूझे नहीं काल पहुँच्यो आन। कहो नानक नर बावरे क्यों न भजै भगवान। इन्हां पावन दो श्लोकां अंदर जिस तरह सतगुरु दी इस तरतीब दे मुताबिक तीसरा अते चौथा नंबर है। अखरी अर्थ साहब जी ने बख्शिश कीते। कहन लगे ऐ इंसान तर नापो
ਇਉਂ ਹੀ ਗਇਓ। ਤਰਨਾਪੋ ਸ਼ਬਦ ਬਣਿਆ ਤਰਨ ਤੋਂ। ਤਰਨ ਦਾ ਅਰਥ ਹੈ ਜਵਾਨੀ, ਕਿ ਜਵਾਨੀ ਦਾ ਮਿਲਿਆ ਹੋਇਆ ਸਮਾਂ ਸਾਰਾ ਇਸ ਇਨਸਾਨ ਨੇ ਐਵੇਂ ਹੀ ਗਵਾ ਲਿਆ। ਤੇ ਫਿਰ ਹੋਇਆ ਕਿ ਲਿਓ ਜਰਾ ਤਨ ਜੀਤ। ਜਰਾ ਦਾ ਅਰਥ ਹੈ ਬੁਢਾਪਾ। ਜਵਾਨੀ ਤੋਂ ਬਾਅਦ ਜੇ ਸਵਾਸ ਚੱਲਦੇ ਰਹੇ ਤੇ ਇੱਕ ਦਿਨ ਬੁਢਾਪਾ ਆ ਜਾਂਦਾ ਹੈ। ਸਹਿਮ ਕਹਿਣ ਲੱਗੇ ਕਉ ਨਾਨਕ ਪਜ ਹਰ ਮਨਾ। ਔਦ ਜਾਤ ਹੈ ਬੀਤ, ਕਿ ਹੇ ਮੇਰੇ ਮਨ ਅਜੇ ਹੀ ਪਰਮਾਤਮਾ ਨੂੰ ਚੇਤੇ ਕਰ ਲੈ, ਤਾਂ ਕਿ ਬਾਕੀ ਰਹਿੰਦਾ ਹੋਇਆ ਸਮਾਂ ਜਿਹੜਾ ਕਿ ਉਹ ਸਫਲਾ ਹੋ ਜਾਏ। ਆਰਜਾ ਇਹ ਉਮਰ, ਇਸ ਦੇ ਦਿਨੋਂ ਦਿਨ ਜਿਹੜੇ ਕਨ ਸਵਾਸ ਘਟਦੇ ਜਾ ਰਹੇ ਨੇ, ਵਾਧੇ ਵਾਲੇ ਪਾਸੇ ਕੋਈ ਨਹੀਂ ਤੂੰ ਜਾ ਰਿਹਾ। ਇਸ ਸਮੇਂ ਦੀ ਤੂੰ ਕਦਰ ਕਰ। ਸਤਿਗੁਰੂ ਨੇ ਖਾਸ ਕਰ ਇਸ ਪਹਿਲੇ ਸ਼ਲੋਕ ਦੇ ਅੰਦਰ ਜਵਾਨੀ ਨੂੰ ਸਾਂਭਣ ਦਾ ਜ਼ਿਕਰ ਕੀਤਾ। ਤੇ ਜੇ ਅਗਲਾ ਸ਼ਲੋਕ ਉਸ ਅੰਦਰ ਸਹਿਬ ਕਹਿਣ ਲੱਗੇ ਫਿਰ ਬੁਢਾਪਾ ਆ ਗਿਆ। ਬਿਰਧ ਪਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਜਿਸ ਵਕਤ ਜੀਵਨ ਦੇ ਅੰਦਰ ਬੁਢਾਪਾ ਆ ਜਾਂਦਾ ਹੈ, ਆਪਣੇ ਜੀਵਨ ਦੇ ਇਹ ਇਨਸਾਨ ਮਿਲੇ ਹੋਏ ਸਾਰੇ ਸਮੇਂ ਨੂੰ ਬਰਬਾਦ ਕਰ ਲੈਂਦਾ ਹੈ। ਬਿਰਧ ਪਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਸਮਾਂ ਨੇੜੇ ਆ ਗਿਆ। ਕਉ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਸਹਿਬ ਕਹਿਣ ਲੱਗੇ ਐ ਕਮਲੇ ਨਰ, ਐ ਮਨਮੁਖ ਇਨਸਾਨ। ਦੇਖੋ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਆ ਤੇ ਸਤਿਗੁਰੂ ਦੇ ਇਹ ਵੀ ਬਚਨ ਪੜਨ ਨੂੰ ਮਿਲਦੇ ਨੇ ਕਿ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ। ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਗੁਰੂ ਪਰਮੇਸ਼ਰ ਕਦੀ ਵੀ ਕਿਸੇ ਸੰਬੰਧੀ ਕੌੜਾ ਨਹੀਂ ਬੋਲਦਾ, ਪਰ ਹਾਂ ਕਿਤੇ ਕਿਤੇ ਤਾੜਨਾ ਕਰਨੀ ਪੈ ਜਾਂਦੀ ਏ। ਕਿਤੇ ਕਿਤੇ ਇਸ ਇਨਸਾਨ ਨੂੰ ਮੂਰਖ ਕਹਿਣਾ ਪੈ ਜਾਂਦਾ ਹੈ, ਇਸ ਇਨਸਾਨ ਨੂੰ ਕਮਲਾ ਕਹਿਣਾ ਪੈ ਜਾਂਦਾ ਹੈ। ਕਿਤੇ ਕਿਤੇ ਸਤਿਗੁਰੂ ਜੀ ਨੇ ਇਸ ਤੋਂ ਵੀ ਤਕੜੀ ਤਾੜਨਾ ਕਰ ਦਿੱਤੀ। ਕਹਿਣ ਲੱਗੇ ਲਾਜ ਮਰੈ ਜੋ ਨਾਮ ਨਾ ਲੇਵੈ, ਨਾਮ ਬਿਖੂਨ ਸੁਖੀ ਕਿਉਂ ਸੋਵੈ। ਕਿ ਐ ਕਮਲੇ ਮਨਮੁਖ ਇਨਸਾਨ, ਤੈਨੂੰ ਤੇ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਹੈ, ਕਿਉਂਕਿ ਕਦੀ ਵੀ ਤੂੰ ਅਸਲੇ ਨੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਸਾਹਿਬ ਜੀ ਦੇ ਇਹਨਾਂ ਦੋਨਾਂ ਸ਼ਲੋਕਾਂ ਅੰਦਰ ਇੱਕ ਨੂੰ ਸਤਿਗੁਰੂ ਜੀ ਨੇ ਜਵਾਨੀ ਸੰਭਾਲਣ ਦਾ ਉਪਦੇਸ਼ ਦਿੱਤਾ ਤੇ ਦੂਸਰੇ ਅੰਦਰ ਕਹਿਣ ਲੱਗੇ ਜੇ ਬੁਢਾਪਾ ਆ ਗਿਆ ਤੇ ਨਿਰਾਸ਼ਤਾ ਵਾਲੇ ਪਾਸੇ ਨਾ ਚਲਾ ਜਾਈਂ, ਗੁਰੂ ਤੇਰੇ ਇਸ ਬੁਢਾਪੇ ਨੂੰ ਵੀ ਸਫਲਿਆਂ ਕਰ ਦੇਗਾ ਜੇ ਕਿਤੇ ਗੁਰੂ ਦੇ ਨਾਲ ਜੁੜ ਗਿਆ। ਸਾਹਿਬ ਜੀ ਦੇ ਇਹ ਆਰੰਭਕ ਸ਼ਲੋਕ ਅੰਦਰ ਜੋ ਬਖਸ਼ਿਸ਼ ਹੋਈ, ਕਹਿਣ ਲੱਗੇ ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਕਉ ਨਾਨਕ ਪਜ ਹਰ ਮਨਾ, ਔਦ ਜਾਤ ਹੈ ਬੀਤ। ਕਿ ਸਮਾਂ ਨਿਕਲਦਾ ਜਾ ਰਿਹਾ ਹੈ। ਹੁਣ ਸਤਿਗੁਰੂ ਦੀ ਪਾਵਨ ਬਾਣੀ ਅੰਦਰ ਜਦੋਂ ਇਹਨਾਂ ਬਚਨਾਂ ਸੰਬੰਧੀ ਦੀਦਾਰ ਕਰਦੇ ਆ ਤੇ ਸਾਹਿਬ ਨੇ ਇੱਕ ਥਾਂ ਤੇ ਕਿਹਾ, ਕਹਿਣ ਲੱਗੇ ਧੰਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਪੱਬਣ ਕੇਰੇ ਪਤ ਜਿਉ ਢਲ ਢੁਲ ਜੁੰਮਣ ਹਾਰ। ਕਿ ਐ ਇਨਸਾਨ ਦੁਨੀਆ ਦੇ ਅੰਦਰ ਬਹੁਤਾਤ ਲੋਕਾਂ ਦੇ ਕੋਲ ਧਨ ਹੋਵੇਗਾ, ਮਾਇਆ ਹੋਵੇਗੀ, ਪਰ ਇਹ ਮਾਇਆ ਸਦੀਵ ਕਾਲ ਲਈ ਇੱਕੋ ਜੀ ਨਹੀਂ ਰਿਹਾ ਕਰਦੀ। ਕਦੀ ਕਿਸੇ ਕੋਲ ਵੱਧ ਜਾਂਦੀ ਹੈ, ਕਦੀ ਕਿਸੇ ਦੇ ਕੋਲ ਘਟ ਜਾਂਦੀ ਹੈ। ਧਨ ਜੋਬਨ, ਜੋਬਨ ਦਾ ਅਰਥ ਫਿਰ ਜਵਾਨੀ, ਕਿ ਜਵਾਨੀ ਵੀ ਇੱਕੋ ਜਿਹੀ ਸਦਾ ਨਹੀਂ ਬਣੀ ਰਹਿਣੀ। ਜੇ ਬਚਪਨ ਹੈ, ਬਚਪਨ ਤੋਂ ਬਾਅਦ ਜਵਾਨੀ ਆਈ, ਜਵਾਨੀ ਤੋਂ ਬਾਅਦ ਇਸੇ ਜਵਾਨੀ ਨੇ ਬੁਢਾਪੇ ਦੇ ਅੰਦਰ ਬਦਲ ਜਾਣਾ ਹੈ। ਕੋਈ ਨਹੀਂ ਇਹ ਕਹਿ ਸਕਦਾ ਕਿ ਮੇਰੇ ਉੱਪਰ ਕਦੀ ਜਵਾਨੀ ਸੀ, ਅੱਜ ਬੁਢਾਪਾ ਆ ਗਿਆ ਤੇ ਆਉਣ ਵਾਲੇ ਸਮੇਂ ਅੰਦਰ ਮੈਂ ਫਿਰ ਜਵਾਨੀ ਉਸੇ ਤਰ੍ਹਾਂ ਹੀ ਲੈ ਕੇ ਆ ਜਾਵਾਂਗਾ। ਇਹ ਵੱਖਰੀ ਗੱਲ ਹੈ
कि मनमुख होया इंसान ये अपने केस काले कर लेगा। केस तां काले कर ले, पर भगतां दी सतगुरु दी पावन बाणी कह लगे, नैनो नीर बह तन खीना भय केस दुदवानी, रोदा कंठ शब्द नहीं उचरे अब क्या करे पुरानी। कि जिस वक्त इन्हां नैना विचों नीर वह तुरिया, तेरे गले ने साथ ना दिता, तेरे शरीर ने साथ ना दिता, स्पष्ट हो जाएगा कि तेरे जीवन दे अंदर बुढ़ापा आ चुकिया है। धन जोबन अर फुल्लड़ा किसे बगीचे दे अंदर बड़े फुल खिड़े हुंदे हन, पर देखदे देखदे उत्थे कोई आया कोया सज्जण उन्हां खिड़े होए फुल्लां नूं तोड़ के चला जांदा है। फुल सदीव काल लई खिड़े नहीं रहिंदे, बसंत रुत आई पर ये सदीव नहीं बनी रहनी, ये भी चली जानी है। फिर साहब ने एक होर उदाहरण दिता, कह लगे असीं अपने घरां अंदर पता नहीं किन्ना किन्ना लंबा समा परिवार दे समेत एक घर दे अंदर ही बतीत कर देने आ। सारी आरजा हो सकदा है उस घर दे अंदर ही निकल जाए, पर घर दे अंदर आया होया प्राहुणा, घर दे अंदर आया होया सका संबंधी वो किन्ने क दिन रहेगा। कोई 2 दिन रह गया, कोई 4 दिन रह गया, आखिर आए हुए मेहमान आए हुए उस सज्जन ने वापस अपने घर वाल नूं चले जाना है। इसे तरह ए इंसान तन जोबन अर फुल्लड़ा नाठीअड़े दिन चार, पब्बन केरे पत ज्यों ढल टुल जुम्मन हार। इस करके रंग मान ले प्यारिया, जां जोबन नौ खुला दिन थोड़े थके, भया पुराना चोला दिन निकलते जा रहे ने, पर तू जवानी दी इस शक्ति नूं ना संभालदियां होइयां मिले कोई समय नूं बर्बाद करी जाना है। जदों गुरु नानक साहब जी ने इस जीवन दे समय नूं पैरियां अंदर वंडिया ते उन्हां ने 4 पैरियां दी गल कीती है। भावें आपां कल भी इशारे मात्र एक बेनती कर रहे सां कि गुरु तेग बहादुर साहब जी ने इस नूं 3 हिस्सियां दे अंदर वंडिया है कि बाल जवानी और बिरद फुन 3 अवस्था जान। पर पहले जामे अंदर 4 पैरियां दा जिक्र करदे ने। 4 हिस्सियां दे अंदर इस जीवन नूं वंडिया गया। पहला हिस्सा जिहड़ा है वो साहब ने मां दे गर्भ दा बयान कर दिता। दूसरे अंदर कहन लगे ये बचपन आया, तीसरे अंदर जवानी आई ते चौथे दे अंदर बुढ़ेपे ने आ जाना है। खैर जो जवानी संबंधी गुरु नानक साहब बयान करन लगे उन्होंने जिक्र किया, कहन लगे तीजे पैरे रहन के वणजारिया मित्रा तन जोबन स्यो चित। इत्थे ये गल क्लीयर कर रहे ने कि इस जवानी दे समय अंदर की कीता, सिर्फ धन तक ही ये इंसान परिवार तक ही सीमित रह गया। जिस शक्ति दे नाल इसने रब वाले पासे तुरना सी वो शक्ति इसने संसार अंदर परिवार दे अंदर ही सारी खचत कर दिती। आपां पहला भी विचार रहे सां कि सतगुरु किते नहीं कहंदे कि तेरी परिवार दी ये जिम्मेवारी कोई होर आके निभाएगा। सारे काम करने सन पर इसे अंदर ही खचत होके मिले कोई समय नूं ये इंसान बर्बाद कर गया। जे किते इस परिवार दे विचों इस संसार दे विचों इस जियां दे विचों रब नूं देख लैंदा ते शायद यही एक सेवा बन जानी सी। पर यह तां मोह माया दे अंदर ऐसा खचत हो गया कि हुण ये उस परिवार दी 4 दीवारी तो बाहर अगे जाण दा यतन ही कोई नहीं करदा। जे किते सारी मनुखता अंदर रब नूं देखदा, जिसनों भगत नामदेव जी ने कह दिता कि सब गोबिंद है, सब गोबिंद है, गोबिंद बिन नहीं कोई। सूत एक मन सत सहंस जैसे, ओत पोत प्रभ सोई। कहन लगे जिवें माला दे मणकियां विच
ਸਾਰੇ ਮਣਕਿਆਂ ਦੇ ਵਿੱਚੋਂ ਧਾਗਾ ਨਿਕਲਿਆ ਹੁੰਦਾ ਹੈ। ਇਸੇ ਤਰ੍ਹਾਂ ਸਾਰੇ ਇਹ ਜਿੰਨੇ ਜੀਵ ਜਗਤ ਅੰਦਰ ਪੈਦਾ ਹੋਏ ਸਾਰਿਆਂ ਦੇ ਵਿੱਚ ਹੀ ਰੱਬ ਨੇ ਜਿਹੜਾ ਸਵਾਸਾਂ ਰੂਪੀ ਧਾਗਾ ਪਾਇਆ ਹੋਇਆ ਹੈ, ਸਾਰਿਆਂ ਅੰਦਰ ਉਹ ਆਪ ਵੀ ਵਸ ਰਿਹਾ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਹਿਮ ਕਹਿਣ ਲੱਗੇ ਸਾਰੇ ਜੀਆਂ ਅੰਦਰ ਰੱਬ ਨੂੰ ਦੇਖ ਲੈਂਦਾ, ਪਰ ਇਹ ਤਾਂ ਸਿਰਫ ਲੋਕਾਂ ਨੂੰ ਲੁੱਟਣ ਤੱਕ, ਲੋਕਾਂ ਨੂੰ ਠੱਗਣ ਤੱਕ ਹੀ ਸੀਮਤ ਰਹਿ ਗਿਆ, ਜਿਸ ਨੂੰ ਸਾਹਿਬ ਨੇ ਪਾਵਨ ਬਾਣੀ ਅੰਦਰ ਹੋਰ ਵੀ ਬਿਆਨਿਆ। ਕਹਿਣ ਲੱਗੇ ਬਹੁ ਪਰਪੰਚ ਕਰ ਪਰਤਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤਨ ਮੇਰਾ ਤੇਰੇ ਜੀ ਪੈ ਲੀਜੈ। ਜਿੰਨਾ ਤੱਕ ਧਨ ਲੈ ਕੇ ਆਇਆ, ਜਿਸ ਪਰਿਵਾਰ ਨੂੰ ਲਿਆ ਕੇ ਬਾਹਰੋਂ ਲੁੱਟ ਕੇ ਇਹ ਖਵਾਉਂਦਾ ਰਿਹਾ, ਜਿਸ ਦਿਨ ਲੇਖਾ ਜੋਖਾ ਹੋਣਾ ਹੈ, ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰਾ ਕੋਈ ਸਾਥ ਨਹੀਂ ਦੇਣਾ। ਦੁਨੀਆ ਦੇ ਦੇਖੋ ਜਿੰਨੇ ਵੀ ਕੰਮ ਹਨ, ਕਿਸੇ ਨੇ ਪੈਟਰੋਲ ਪੰਪ ਲਾਇਆ ਹੋਏ, ਉੱਥੇ ਜਿੰਨਾ ਵੀ ਤੇਲ ਆਇਆ ਕਦੀ ਵੀ ਉਹ ਮਾਲਕ ਆਪਣੇ ਘਰ ਦੇ ਅੰਦਰ ਨਹੀਂ ਵਰਤੇਗਾ। ਜੇ ਕਿਸੇ ਦੀ ਕੋਈ ਫੈਕਟਰੀ ਹੈ, ਜਿੰਨਾ ਵੀ ਉਸ ਅੰਦਰ ਆਇਆ ਸਮਾਨ ਕਦੀ ਵੀ ਉਸ ਮਾਲਕ ਨੇ ਘਰ ਅੰਦਰ ਨਹੀਂ ਵਰਤਣਾ। ਕੋਈ ਕਿਸਾਨ ਖੇਤਾਂ ਦੇ ਅੰਦਰ ਫਸਲ ਬੀਜਦਾ ਹੈ, ਕਦੀ ਵੀ ਉਹ ਇਨਸਾਨ ਸਾਰੀ ਫਸਲ ਆਪਣੇ ਘਰ ਦੇ ਅੰਦਰ ਨਹੀਂ ਰੱਖਦਾ। ਉਹ ਫਸਲ ਪਤਾ ਨਹੀਂ ਦਾਣੇ ਕਿੱਥੋਂ ਕਿੱਥੋਂ ਤੱਕ ਚਲੇ ਜਾਣੇ ਨੇ। ਪਰ ਸਾਹਿਬ ਕਹਿਣ ਲੱਗੇ ਜਿਹੜੀ ਤੂੰ ਕਰਮਾਂ ਦੀ ਇਹ ਫਸਲ ਬੀਜ ਰਿਹਾ, ਇਸ ਦਾ ਲੇਖਾ ਪਰਿਵਾਰ ਦੇ ਵੀ ਕਿਸੇ ਮੈਂਬਰ ਨੇ ਨਹੀਂ ਦੇਣਾ। ਕਿਤੇ ਵੀ ਬਾਹਰ ਇਹ ਦੂਰ ਨਹੀਂ ਜਾਣਾ। ਜੋ ਕੁਝ ਵੀ ਤੂੰ ਬੀਜੇਗਾ ਆਪੇ ਬੀਜ ਆਪੇ ਹੀ ਖਾਓ। ਤੈਨੂੰ ਇਹ ਸਾਰੇ ਕਰਮਾਂ ਦਾ ਲੇਖਾ ਜੋਖਾ ਤੈਨੂੰ ਆਪ ਹੀ ਦੇਣਾ ਪੈਣਾ ਹੈ। ਇਸ ਅੰਦਰ ਕੋਈ ਵੀ ਭਾਈਵਾਲ ਨਹੀਂ ਬਣੇਗਾ, ਇਸ ਅੰਦਰ ਕੋਈ ਵੀ ਹੱਥ ਵੰਡਾਉਣ ਵਾਸਤੇ ਨਹੀਂ ਆਏਗਾ। ਇਸ ਕਰਕੇ ਹੀ ਸ਼ਾਇਦ ਗੁਰੂ ਅਰਜਨ ਸਾਹਿਬ ਜੀ ਨੇ ਜਿਸ ਵਕਤ ਪਾਵਨ ਬਾਣੀ ਅੰਦਰ 12 ਮਾਹ ਦਾ ਜ਼ਿਕਰ ਕੀਤਾ ਤੇ ਬਾਅਦ ਦੇ ਅੰਦਰ ਜਾ ਕੇ ਚੇਤ ਦੀ ਗੱਲ ਕਰਦੇ ਨੇ, ਪਹਿਲਾਂ ਇੱਕ ਅਰਦਾਸ ਕਰਨ ਦੀ ਜਾਚ ਸਿਖਾਈ ਕਿ ਰੱਬ ਨੂੰ ਦੋਸ਼ ਨਾ ਦੇਈਂ, ਇਹ ਸਾਰਾ ਤੇਰੇ ਕੀਤੇ ਹੋਏ ਕਰਮਾਂ ਦਾ ਦੋਸ਼ ਹੈ। ਦੱਦਾ ਦੋਸ਼ ਨੇ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਹੋਰ ਕਿਸੇ ਨੂੰ ਦੋਸ਼ ਨਾ ਦੇਈਂ, ਤੇਰੇ ਆਪਣੇ ਕੀਤੇ ਕਰਮਾਂ ਦਾ ਫਲ। ਇਸ ਕਰਕੇ ਗੁਰੂ ਦੇ ਚਰਨਾਂ ਅੰਦਰ ਇੱਕ ਅਰਦਾਸ ਕਰਦੇ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਆਪਣੇ ਕੀਤੇ ਹੋਏ ਕਰਮਾਂ ਕਰਕੇ ਅਸੀਂ ਤੇਰੇ ਤੋਂ ਵਿਛੋੜਾ ਪਾ ਲਿਆ, ਹੁਣ ਸਾਡੇ ਯਤਨ ਕੰਮ ਨਹੀਂ ਆਉਣੇ। ਤੁਸੀਂ ਬਖਸ਼ਿਸ਼ ਰਹਿਮਤ ਕਰਕੇ ਸਾਨੂੰ ਵਿਛੜਿਆਂ ਨੂੰ ਆਪਣੇ ਨਾਲ ਮਿਲਾ ਲਵੋ। ਸਾਹਿਬ ਕਹਿਣ ਲੱਗੇ ਜੇ ਗੁਰੂ ਕੀ ਵਿਚਾਰ ਕੋਲ ਹੋਵੇਗੀ ਤੇ ਇਹ ਵਿਛੜਿਆ ਹੋਇਆ ਜੀਵ ਅਸਲੇ ਦੇ ਨਾਲ ਮਿਲ ਜਾਏਗਾ, ਨਹੀਂ ਤੇ ਇਹ ਧਨ ਅੰਦਰ, ਇਹ ਨਿੰਦਿਆ ਚੁਗਲੀ ਦੇ ਅੰਦਰ ਇਹ ਮਿਲੇ ਹੋਏ ਸਮੇਂ ਨੂੰ ਇਸੇ ਤਰ੍ਹਾਂ ਗਵਾ ਦੇਗਾ। ਕਿਸੇ ਵਿਦਵਾਨ ਨੇ ਵੀ ਕਿਹਾ, ਕਹਿਣ ਲੱਗੇ ਇਹ ਮਨ ਖੋਤਿਆ ਆਵੇ ਹੇਠ ਖਲੋਤਿਆ, ਆਵਾ ਤੇਰਾ ਮੁੱਕਣਾ ਨਹੀਂ ਤੇ ਖਹਿੜਾ ਤੇਰਾ ਛੁੱਟਣਾ ਨਹੀਂ। ਪਹਿਲਾਂ ਆਪਣੇ ਸੰਬੰਧੀ ਇਕੱਠਾ ਕਰਦਾ ਰਿਹਾ, ਫਿਰ ਜਵਾਨੀ ਅੰਦਰ ਆਪਣੇ ਪਰਿਵਾਰ ਸੰਬੰਧੀ ਇਕੱਠਾ ਕਰਦਾ ਰਿਹਾ। ਇਸੇ ਤਰ੍ਹਾਂ ਹੀ ਇਹ ਸਾਰਾ ਸਮਾਂ ਗਵਾ ਲਿਆ। ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਧਨ ਜੋਬਨ ਸੋ ਚਿੱਤ, ਹਰ ਕਾ ਨਾਮ ਨਾ ਚੇਤਈ ਵਣਜਾਰਿਆ ਮਿੱਤਰਾ। ਬੱਦਾ ਛੁੱਟੈ ਜਿੱਤ, ਹਰ ਕਾ ਨਾਮ ਨਾ ਚੇਤੈ ਪ੍ਰਾਣੀ। ਕਹਿਣ ਲੱਗੇ ਬਿਕਲ ਭਇਆ ਸੰਗ ਮਾਇਆ। ਇਸੇ ਤਰ੍ਹਾਂ ਮਾਇਆ ਦੇ ਇਸ ਪਸਾਰੇ ਅੰਦਰ ਇਹ ਜੀਵ ਜਕੜਿਆ ਗਿਆ ਤੇ ਇਸ ਨੂੰ ਸਮਝ ਹੀ ਕੋਈ ਨਾ ਪਈ। ਸ਼ਾਇਦ ਚੇਤੇ ਕਰਾ ਰਹੇ ਨੇ ਕਿ ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨਜੀਤ। ਇਹ ਜਵਾਨੀ ਅੰਦਰ ਵਿਚਰਨ ਵਾਲੇ ਇਨਸਾਨ ਬੁਢਾਪੇ ਵਾਲੇ ਪਾਸੇ ਵਧਦਾ ਜਾ ਰਿਹਾ ਹੈ। ਕਹੋ ਨਾਨਕ ਪਜ ਹਰ ਮਨਾ, ਔਦ ਜਾਤ ਹੈ ਬੀਤ। ਸਮਾਂ ਨਿਕਲਦਾ ਜਾ ਰਿਹਾ, ਹਰ ਸਵਾਦ ਜਿਹੜਾ ਉਹ ਘਟਦਾ ਜਾ ਰਿਹਾ ਹੈ। ਇਸੇ ਨੂੰ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਵਨ ਬਾਣੀ ਅੰਦਰ
एक थां ते होर बयान कीता जैजावंती राग ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣਾ ਹੀ ਉਚਾਰਿਆ ਹੋਇਆ। ਉਸ ਅੰਦਰ ਸਾਹਿਬ ਕਹਿਣ ਲੱਗੇ ਬੀਤ ਜੈ ਹੈ ਜਨਮ ਅਕਾਜ ਰੇ ਨਿਸ ਦਿਨ ਸੁਣ ਕੇ ਪੁਰਾਨ ਸਮਝਤ ਨਾ ਰੇ ਅਜਾਨ ਕਾਲ ਤੋਂ ਪਹੁੰਚਿਓ ਆਨ ਕਹਾਂ ਜੈ ਹੈ ਭਾਜ ਰੇ ਅਸਥਿਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਏ ਹੈ ਖੇ ਕਿਉਂ ਨਾ ਹਰ ਕੋ ਨਾਮ ਲੈ मूर्ख निलाज रे राम भगत हिए आन छाट देते मन को मान नानक जन यह बखान जग में बिराज रे जे रब नू चेते करेगा ते जगत अंदर सदीव काल लई तेरी याद रह जाएगी ते जे कला धन माया माया करदा रहा ते शायद परिवार भी तेनू कुछ दिना बाद भुल जाए। इस करके इस समय दी कदर कर तर नापो एओ ही गयो लियो जरा तन जीत कहो नानक पज हर मना औद जात है बीत। इसे तरह ही ये जवानी सारी ये मिली हुई शक्ति सारी क्योंकि ना ते बचपन अंदर समझ सी जिसनों साहब ने पावन बाणी अंदर किया कहन लगे 12 वर्ष बालपन बीते बचपन भी चला गया समझ ही कोई नहीं सी ते बुढ़ापा जेड़ा उस अंदर भी समझ कोई नहीं रहिंदी। उस वक्त किसे दा तू कुछ नहीं अपना कुछ नहीं कुछ भी किसे दा नहीं सवार सकदा बस एक जवानी तेरे कोल सी। इस जवानी अंदर ऐसियां मस्तियां ऐसा गुच्छापन जीवन दे अंदर पैदा कर लिया कि ये मिली कोई जवानी जिहड़ी है वो गवाच गई। हुण जदों दूसरा पक्ष देखदे आ ते ये जवानी जिहड़ी है ये सारियां दी नहीं गवाची ਜਿਹੜੇ ਮਨਮੁਖ ਬਣ ਗਏ ਜਿਹੜੇ ਗੁਰੂ ਵਾਲੇ ਪਾਸੇ ਨਾ ਤੁਰੇ ਜਿਨ੍ਹਾਂ ਘਰ ਅੰਦਰ ਚੰਗੇ ਸੰਸਕਾਰ ਪੈਦਾ ਨਾ ਹੋਏ ਇਹ ਉਹਨਾਂ ਦੀ ਜਵਾਨੀ ਗਵਾਚ ਗਈ। ਜਿਨ੍ਹਾਂ ਉੱਪਰ ਗੁਰੂ ਦੀ ਬਖਸ਼ਿਸ਼ ਰਹਿਮਤ ਹੋ ਗਈ ਉਹਨਾਂ ਨੇ ਇਸ ਜਵਾਨੀ ਨੂੰ ਵੀ ਸਫਲਿਆਂ ਕਰ ਲਿਆ। ਜਦੋਂ ਆਪਾਂ ਪਿਛਲੇ ਦਿਨੀ ਆ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਉਹਨਾਂ ਦਾ ਸ਼ਹੀਦੀ ਦਿਹਾੜਾ ਨਿਕਲਿਆ ਤੇ ਜਦੋਂ ਉਹਨਾਂ ਦਾ ਇਤਿਹਾਸ ਪੜ੍ਹਦੇ ਆ ਤੇ ਉਸ ਭਾਈ ਸ਼ਹਿਬਾਜ਼ ਸਿੰਘ ਉਸਨੇ ਆਪਣੀ ਜਵਾਨੀ ਨੂੰ ਵੀ ਸੰਭਾਲ ਲਿਆ ਕਿਉਂਕਿ ਘਰ ਦੇ ਅੰਦਰ ਚੰਗੇ ਸੰਸਕਾਰ ਮਿਲ ਗਏ ਘਰ ਦੇ ਅੰਦਰ ਜੀਵਨ ਸੁਚੱਜਾ ਬਣ ਗਿਆ। ਜਦੋਂ ਜਵਾਨੀ ਨੂੰ ਸੰਭਾਲਿਆ ਤਾਂ ਹੀ ਜਾ ਕੇ ਅਰਦਾਸ ਦੇ ਅੰਦਰ ਇਹ ਬੋਲ ਜਿਹੜੇ ਹਨ ਉਹ ਸ਼ਾਮਲ ਹੋ ਜਾਂਦੇ ਨੇ ਔਰ ਐਸੇ ਪਿਆਰਿਆਂ ਨੂੰ ਨਿਤ ਚੇਤੇ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਕਟਾਏ खोपरियां लुहाइयां ते अगला बचन ने चरखियां ते चढ़े शब्द यही लिखिया होया है चरखियां ते चढ़े पर जदों व्याख्या उसदी होवेगी उस वक्त ये बचन आएगा चरखड़ियां ते चढ़े पर पंथ ने जो अरदास बनाई उस अंदर चरखियां शब्द ही वरतिया गया। जिहड़ी अकाल तख्त साहिब तो पंथ प्रवानित रहत मर्यादा उस दे अंदर कई गल्लां खैर ध्यान देण वालियां ने। उस अंदर 10वें पातशाह नहीं लिखिया उस अंदर 10 गुरु साहिबाना दा नाम लिया जाता है ते 10वां पातशाह किया जाता है ते अखीर ते एक बचन आपां पढ़दे आ नानक नाम चढ़दी कला तेरे भाणे सरबत दा भला। हुण पंथ गुरु रूप हो के ये सारे शब्द वरत रहा है नहीं ते किसे नू कोई इजाजत नहीं पंथ अंदर कि वो नानक शब्द दी वरतों कर सके। जे भट्ट साहिबाना दे बचन पढ़े तां भट्ट साहिबाना दे नाम आए जे भगत साहिबाना दे बचन पढ़े ते तां अखीर ते भगतां दे नाम आए। जे गुरु साहिब दी पावन बाणी पढ़दे आ ते 10 पातशाहियां नू इक्को रूप लिया जांदा है ते नानक शब्द ही आउंदा है। सत्ता बाबा सत्ता बलवंत जी दी वार पढ़दे आ बाबा सुंदर जी दे बोल पढ़दे आ सारियां दे अपने अपने नाम आए ने। मैं कहण तो भाव जिहड़ा जिक्र कर रहा कि पंथ ने गुरु रूप हो के ये नानक शब्द दी वरतों कर लई नहीं ते किसे नू कोई इजाजत नहीं वो नानक मोर शब्द दी वरतों कर सके। ये गुरु किसे दे भी बोल नहीं। ये पंथ ने जदों 5 प्यारियां ने
ਇਕੱਠੇ ਹੋ ਕੇ ਪੰਥ ਨੇ ਫੈਸਲਾ ਕੀਤਾ ਤੇ ਉਸ ਵਕਤ ਇਹ ਸ਼ਬਦ ਗੁਰੂ ਰੂਪ ਹੋ ਕੇ ਪੰਥ ਨੇ ਵਰਤੇ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਖੈਰ ਜਿਹੜੇ ਮੈਂ ਬੋਲ ਸਾਂਝੇ ਕਰ ਰਿਹਾ ਕਿ ਉਹ ਭਾਈ ਸ਼ਹਿਬਾਜ਼ ਸਿੰਘ ਜਿਨ੍ਹਾਂ ਨੂੰ ਘਰ ਅੰਦਰ ਚੰਗੇ ਸੰਸਕਾਰ ਮਿਲ ਗਏ, ਜੇ ਉਸ ਬੱਚੇ ਨੂੰ ਇੱਕ ਕਾਜ਼ੀ ਦੇ ਕੋਲ ਫਾਰਸੀ ਭਾਸ਼ਾ ਦੀ ਤਾਲੀਮ ਦੇਣ ਵਾਸਤੇ ਬਿਠਾਇਆ ਜਾਂਦਾ ਹੈ ਤੇ ਇਹ ਬੱਚਾ ਬੜਾ ਲਾਇਕ ਹੈ, ਬੜਾ ਬੱਚਾ ਗੁਣੀ ਹੈ, ਤੇ ਉਹ ਕਾਜ਼ੀ ਦੇ ਮਨ ਅੰਦਰ ਇਹ ਵਿਚਾਰ ਆਈ ਕਿ ਸ਼ਾਇਦ ਇਹਨਾਂ ਬੱਚਾ ਸੋਹਣਾ ਕਿਤੇ ਹੋਰ ਨਾ ਮਿਲੇ, ਕਿਉਂਕਿ ਆਪਣੀ ਬੱਚੀ ਜਵਾਨ ਹੋ ਚੁੱਕੀ ਹੈ। ਜੇ ਇਸ ਬੱਚੀ ਦੇ ਨਾਲ ਹੀ ਕਿਤੇ ਨਿਕਾਹ ਹੋ ਜਾਏ ਤੇ ਇਹ ਬੱਚਾ ਬੜਾ ਸਿਆਣਾ, ਬੜਾ ਸੂਝਵਾਨ, ਔਰ ਉਸ ਤੋਂ ਪਹਿਲਾਂ ਇਸ ਬੱਚੇ ਨੂੰ ਆਪਣੇ ਧਰਮ ਦੇ ਅੰਦਰ ਲਿਆਉਣਾ ਪਏਗਾ। ਇਹ ਸਿੱਖ ਧਰਮ ਦੇ ਅੰਦਰ ਹੈ ਤੇ ਅਸੀਂ ਇਸਲਾਮ ਦੇ ਅੰਦਰ ਇਸ ਬੱਚੇ ਨੂੰ ਜੇ ਕਿਤੇ ਲੈ ਆਈਏ ਤੇ ਨਿਕਾਹ ਕਰਨਾ ਸੌਖਾ ਹੋ ਜਾਏਗਾ। ਹੁਣ ਉਸ ਬੱਚੇ ਦੇ ਨਾਲ ਭਾਈ ਸ਼ਹਿਬਾਜ਼ ਸਿੰਘ ਦੇ ਨਾਲ ਇਸ ਨੇ ਕੁਝ ਪਿਆਰ ਦੇ ਨਾਲ ਕੁਝ ਧੱਕਾ ਜੋਰੀ ਕਰਨੀ ਸ਼ੁਰੂ ਕਰ ਦਿੱਤੀ ਕਿ ਐ ਬੱਚੇ ਤੂੰ ਇਸ ਧਰਮ ਨੂੰ ਤਿਆਗ ਦੇ, ਮੇਰੇ ਧਰਮ ਦੀਆਂ ਬੜੀਆਂ ਖੂਬੀਆਂ ਹਨ, ਮੇਰੇ ਧਰਮ ਦੇ ਅੰਦਰ ਆ ਜਾ, ਮੈਂ ਆਪਣੀ ਬੱਚੀ ਦਾ ਨਾਤਾ ਤੇਰੇ ਨਾਲ ਕਰ ਦੇਵਾਂਗਾ। ਸ਼ਾਇਦ ਅੱਜ ਸਾਡੇ ਬੱਚਿਆਂ ਦੇ ਵਿੱਚੋਂ ਬਹੁਤਾਤ, ਸਾਰਿਆਂ ਦਾ ਮੈਂ ਜ਼ਿਕਰ ਨਹੀਂ ਕਰ ਰਿਹਾ, ਕਿ ਗੁਰਮਤਿ ਸਿਧਾਂਤਾਂ ਤੋਂ ਦੂਰ ਹੋਣ ਕਰਕੇ ਅਸੀਂ ਮਾਇਆ ਧਾਰੀਆਂ ਨੂੰ ਦੇਖਦੇ ਹਾਂ, ਅਸੀਂ ਪੈਸੇ ਵਾਲਿਆਂ ਨੂੰ ਦੇਖਦੇ ਹਾਂ, ਅਸੀਂ ਗੁਣਾ ਵਾਲਿਆਂ ਨੂੰ ਨਹੀਂ ਦੇਖਦੇ, ਚੰਗੇ ਸੰਸਕਾਰਾਂ ਵਾਲਿਆਂ ਨੂੰ ਨਹੀਂ ਦੇਖਦੇ। ਬਸ ਅਸੀਂ ਉਸੇ ਵਕਤ ਬੱਚੀ ਹੋਵੇ ਜਾਂ ਬੱਚਾ ਹੋਵੇ ਅਸੀਂ ਨਾਤਾ ਜੋੜ ਦਿੰਦੇ ਹਾਂ, ਰਿਸ਼ਤਾ ਜੋੜ ਦਿੰਦੇ ਹਾਂ। ਪਰ ਜੇ ਗੁਰਮਤਿ ਨੂੰ ਕਿਤੇ ਕਮਾਇਆ ਹੋਵੇ ਫਿਰ ਭਾਈ ਜੇਠਾ ਜੀ ਜਿਹੜੇ ਉਸ ਵਕਤ ਦੇਖਿਆ ਜਾਏ ਤੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਹੀ ਹਨ, ਪਰ ਬਾਬਾ ਅਮਰਦਾਸ ਉਹਨਾਂ ਨੂੰ ਪ੍ਰਵਾਨ ਕਰਕੇ ਉਹਨਾਂ ਨੂੰ ਆਪਣੇ ਦਾਮਾਦ ਬਣਾ ਲੈਂਦੇ ਹਨ। ਇਸੇ ਤਰ੍ਹਾਂ ਹੀ ਇਹ ਭਾਈ ਸ਼ਹਿਬਾਜ਼ ਸਿੰਘ ਦੇ ਉੱਪਰ ਧੱਕਾ ਜੋਰੀ ਕੀਤੀ ਜਾਂਦੀ ਹੈ, ਪਰ ਗੁਰਮਤਿ ਦਾ ਕਿਣਕਾ ਅੰਦਰ ਵਸਿਆ ਹੋਇਆ ਹੈ, ਉਸ ਦੀਆਂ ਗੱਲਾਂ ਦੇ ਨਾਲ ਸਹਿਮਤ ਨਹੀਂ ਹੋਏ। ਬਸ ਇਹੀ ਇੱਕ ਦੋ ਕਾਰਨ ਬਣਦੇ ਨੇ ਕਿ ਉਸੇ ਭਾਈ ਸ਼ਹਿਬਾਜ਼ ਸਿੰਘ ਤੇ ਉਸ ਦੇ ਪਿਤਾ ਭਾਈ ਸ਼ੁਪੇਗ ਸਿੰਘ ਜੀ ਨੂੰ ਚਰਖੜੀਆਂ ਦੇ ਉੱਪਰ ਚੜਾ ਦਿੱਤਾ ਜਾਂਦਾ ਹੈ ਕਿ ਜੇ ਮੇਰਾ ਦਾਮਾਦ ਨਹੀਂ ਬਣਦਾ, ਮੇਰੇ ਕਹਿਣੇ ਅੰਦਰ ਨਹੀਂ ਆਉਂਦਾ, ਤੇ ਮੈਂ ਤੈਨੂੰ ਜਗਤ ਅੰਦਰ ਸਰੀਰ ਕਰਕੇ ਰਹਿਣ ਹੀ ਨਹੀਂ ਦੇਣਾ। ਪਰ ਉਹਨੂੰ ਕੀ ਪਤਾ ਸੀ ਕਿ ਸਰੀਰ ਨੂੰ ਮਿਟਾਇਆ ਇਸ ਭਾਈ ਸ਼ਹਿਬਾਜ਼ ਸਿੰਘ ਦਾ ਨਾਮ ਸਦਾ ਲਈ ਮਿਟ ਜਾਵੇਗਾ। ਨਹੀਂ, ਉਹ ਗੁਰੂ ਕੇ ਸਿਧਾਂਤਾਂ ਉੱਪਰ ਪਹਿਰਾ ਦੇਣ ਵਾਲੇ, ਉਹਨਾਂ ਨੇ ਆਪਣੀ ਜਵਾਨੀ ਨੂੰ ਵੀ ਸੰਭਾਲ ਲਿਆ। ਸਹਿਮ ਕਹਿਣ ਲੱਗੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ, ਨਹੀਂ ਤੇ ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ, ਕਉ ਨਾਨਕ ਪਜ ਹਰ ਮਨਾ, ਔਦ ਜਾਤ ਹੈ ਬੀਤ। ਸਮਾਂ ਨਿਕਲਦਾ ਜਾ ਰਿਹਾ ਹੈ, ਔਦ ਉਮਰ ਬਤੀਤ ਹੁੰਦੀ ਜਾ ਰਹੀ ਹੈ, ਜਿਹੜਾ ਵੀ ਸਵਾਸ ਆਇਆ ਇਸ ਨੇ ਵਾਪਸ ਦੁਬਾਰਾ ਕੋਈ ਨਹੀਂ ਆਉਣਾ। ਇਸ ਕਰਕੇ ਸਮੇਂ ਦੀ ਸਾਹਿਬ ਕਹਿਣ ਲੱਗੇ ਕਦਰ ਕਰ, ਤੈਨੂੰ ਤੇ ਚਾਹੀਦਾ ਸੀ ਜਵਾਨੀ ਦੇ ਅੰਦਰ, ਬਚਪਨ ਦੇ ਅੰਦਰ ਹੀ ਕਿਤੇ ਬਜ਼ੁਰਗੀ ਪੈਦਾ ਕਰ ਲੈਂਦਾ, ਜਿਸ ਨੂੰ ਭਗਤ, ਜਿਸ ਨੂੰ ਭਾਈ ਨੰਦ ਲਾਲ ਜੀ ਨੇ ਬਿਆਨ ਕੀਤਾ। ਕਹਿਣ ਲੱਗੇ ਗਰ ਬਜ਼ੁਰਗੀ ਬਾਏ ਦਤ ਕੁਨ ਬੰਦਗੀ, ਵਰਨਾ ਆਖਰ ਮੇਕ ਸੀ ਸ਼ਰਮਿੰਦਗੀ। ਜੇ ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਬੁਢਾਪਾ ਵੀ ਚਲਾ ਗਿਆ, ਤੇ ਸਹਿਮ ਕਹਿਣ ਲੱਗੇ ਫਿਰ ਸ਼ਰਮਿੰਦਗੀ ਹੀ ਪੱਲੇ ਰਹਿ ਜਾਏਗੀ। ਰੱਬ ਦੇ ਘਰ ਅੰਦਰ ਕਦੀ ਵੀ ਤੂੰ ਉੱਚੀ ਨਜ਼ਰ ਕਰਕੇ ਸਾਹਮਣੇ ਰੱਬ ਦੇ ਤੂੰ ਗੱਲਬਾਤ ਨਹੀਂ ਕਰ ਸਕਣੀ। ਪਰ ਜਿਨ੍ਹਾਂ ਨੇ ਜਪਿਆ ਹੋਏ ਉਹ ਭਗਤ ਰਵਿਦਾਸ ਜੀ ਵਾਂਗ ਕਿਸੇ ਦੀ ਪਰਵਾਹ ਨਹੀਂ ਕਰਦੇ। ਰਸਤੇ ਅੰਦਰ ਭਾਵੇਂ ਚਿੱਤਰ ਗੁਪਤ ਬਿਠਾ ਲਓ, ਭਾਵੇਂ ਧਰਮ ਰਾਜ ਨੂੰ ਬਿਠਾ ਲਓ, ਕਿਸੇ ਨੂੰ ਵੀ ਬਿਠਾ ਲਓ, ਉਹ ਤਾਂ ਚੈਲੰਜ ਕਰਦੇ ਜਾਂਦੇ ਨੇ ਕਿ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਏ ਜਮ ਡੰਡ ਨਾ ਲਾਗੀ ਤਜੀ ਲਈ ਸਰਬ ਜੰਜਾਲ। ਕਿ ਆਪਣੀ ਉਸ ਡਾਇਰੀ ਉੱਪਰ ਚਿੱਤਰ ਗੁਪਤ ਧਰਮ ਰਾਜ ਜੋ ਮਰਜੀ ਲਿਖ ਲੈ, ਮੇਰਾ ਗੁਰੂ ਪਰਮਾਤਮਾ ਮਾਧੋ ਜਾਣਦਾ ਹੈ ਕਿ ਭਗਤ ਰਵਿਦਾਸ ਜੀ ਨੇ
ਜੀਵਨ ਕਾਲ ਦੇ ਅੰਦਰ ਆ ਕੇ ਕੀ ਕੀਤਾ, ਇਸ ਮਿਲੇ ਹੋਏ ਸਮੇਂ ਨੂੰ ਸੰਭਾਲ ਲਿਆ। ਸਾਹਿਬ ਜੀ ਨੇ ਫਿਰ ਅੱਗੇ ਬਖਸ਼ਿਸ਼ ਕੀਤੀ, ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਕਉ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ। ਸਾਹਿਬ ਕਹਿਣ ਲੱਗੇ ਜਦੋਂ ਬਿਰਧ ਹੋ ਗਿਆ ਉਸ ਵਕਤ ਆਪਣੇ ਸਰੀਰ ਦੇ ਵੀ ਕਿਰਿਆ ਕਰਮ ਜਿਹੜੇ ਹਨ ਉਹ ਸਹੀ ਢੰਗ ਦੇ ਨਾਲ ਨਹੀਂ ਕੀਤੇ ਜਾਂਦੇ। ਐ ਇਨਸਾਨ ਕਰਤੇ ਦੇ ਨਾਮ ਦੇ ਨਾਲ ਸਾਂਝ ਪਾ ਲੈ ਤਾਂ ਕਿ ਤੇਰਾ ਇਹ ਬੁਢਾਪਾ ਜਿਹੜਾ ਹੈ ਉਹ ਸਵਾਰਿਆ ਜਾਏ। ਦੇਖੋ ਹੋ ਸਕਦਾ ਬਹੁਤਾਤ ਲੋਕ ਇਹ ਕਹਿੰਦੇ ਹੋਣ ਬਚਪਨ ਨਹੀਂ ਸੰਭਾਲਿਆ, ਜਵਾਨੀ ਨਹੀਂ ਸੰਭਾਲੀ ਤੇ ਬੁਢਾਪੇ ਅੰਦਰ ਵੀ ਕੁਝ ਪ੍ਰਾਪਤ ਨਹੀਂ ਹੋਣਾ। ਤੇ ਭਾਈ ਗੁਰਦਾਸ ਜੀ ਵਰਗਿਆਂ ਨੇ ਇਸ ਜੀਵ ਨੂੰ ਕੁਝ ਕੁ ਹੌਸਲਾ ਦੇ ਕੇ ਇਹ ਇਸ਼ਾਰੇ ਕਰ ਦਿੱਤੇ। ਕਹਿਣ ਲੱਗੇ ਪਾਣੀ ਦੇ ਅੰਦਰ ਜੇ ਕਿਤੇ ਬੇੜਾ ਮਨੁੱਖਾਂ ਦੇ ਨਾਲ ਭਰਿਆ ਹੋਇਆ ਜਾ ਰਿਹਾ ਹੈ, ਅਚਾਨਕ ਰੱਬ ਨਾ ਕਰੇ ਇਹ ਬੇੜਾ ਕਿਤੇ ਪਾਣੀ ਅੰਦਰ ਡੁੱਬਣ ਲੱਗੇ ਤੇ ਹੁਣ ਇਹ ਨਾ ਸੋਚੀ ਕਿ ਜਿੰਨੇ ਇਸ ਬੇੜੇ ਉੱਪਰ ਬੈਠੇ ਹੋਏ ਨੇ ਇਹਨਾਂ ਸਾਰਿਆਂ ਨੂੰ ਹੀ ਬਚਾ ਲਿਆ ਜਾਏਗਾ। ਜ਼ਰੂਰੀ ਨਹੀਂ, ਪਰ ਕੁਝ ਤਾਂ ਬਚ ਸਕਦੇ ਨੇ। ਜੇ ਕੋਈ ਉੱਥੇ ਬਾਹਰ ਖੜਾ ਹੋਇਆ ਰੌਲਾ ਪਾ ਦੇ, ਚਾਰ ਮਨੁੱਖ ਇਕੱਠੇ ਹੋ ਜਾਣ, ਕੁਝ ਐਸਾ ਇੰਤਜ਼ਾਮ ਹੋ ਸਕੇ ਤੇ ਡੁੱਬਦੇ ਹੋਏ ਬੇੜੇ ਦੇ ਵਿੱਚੋਂ ਕੁਝ ਲੋਕ ਜਿਹੜੇ ਹਨ ਉਹ ਬਚਾਏ ਜਾ ਸਕਦੇ ਨੇ, ਸਾਰੇ ਨਹੀਂ। ਭਾਈ ਗੁਰਦਾਸ ਜੀ ਦਾ ਇਸ਼ਾਰਾ ਇਹ ਸੀ ਕਿ ਸਾਰੇ ਸਵਾਸ ਜੇ ਨਹੀਂ ਬਚੇ, ਹੁਣ ਜਿਹੜੇ ਬਚ ਗਏ ਇਹਨਾਂ ਨੂੰ ਹੀ ਸਫਲਿਆਂ ਕਰ ਲੈ। ਭਾਈ ਗੁਰਦਾਸ ਜੀ ਨੇ ਦੂਸਰਾ ਉਦਾਹਰਨ ਦਿੱਤਾ, ਕਹਿ ਲੱਗੇ ਘਰ ਦੇ ਅੰਦਰ ਕਿਤੇ ਚੋਰ ਆ ਜਾਏ, ਰਾਤ ਦੇ ਸਮੇਂ ਕਿਤੇ ਉਹ ਚੋਰੀ ਕਰਨ ਲੱਗ ਜਾਏ ਤੇ ਹੁਣ ਘਰ ਦੇ ਜਿੰਨੇ ਕੁ ਪ੍ਰਾਣੀ ਹਨ ਘਰ ਅੰਦਰ ਸੁੱਤੇ ਹੋਏ ਨੇ, ਜੇ ਕਿਸੇ ਨੂੰ ਜਾਗ ਆ ਜਾਏ ਤੇ ਕਹਿੰਦੇ ਚੁੱਪ ਕਰਕੇ ਨਾ ਬੈਠੋ, ਉਸੇ ਵਕਤ ਰੌਲਾ ਪਾ ਦਿਓ, ਹੋ ਸਕਦਾ ਕੁਝ ਨਾ ਕੁਝ ਤਾਂ ਬਚ ਜਾਏ। ਜਿੰਨਾ ਕੁ ਚੋਰ ਲੈ ਗਏ ਕੋਈ ਗੱਲ ਨਹੀਂ, ਪਰ ਜੇ ਅਜੇ ਵੀ ਸੁੱਤੇ ਰਹੇ ਤੇ ਜਿੰਨਾ ਕੁ ਬਾਕੀ ਬਚ ਗਿਆ ਉਹ ਵੀ ਸਾਰਾ ਉਹਨਾਂ ਨੇ ਲੈ ਜਾਣਾ ਹੈ। ਜੇ ਅਜੇ ਕੁਝ ਬਚਿਆ ਤੇ ਅਜੇ ਵੀ ਬਚਾ ਲਓ। ਤੀਸਰਾ ਉਦਾਹਰਨ ਉਹਨਾਂ ਨੇ ਹੋਰ ਇੱਕ ਦਿੱਤਾ ਕਿ ਰੱਬ ਨਾ ਕਰੇ ਕਿਤੇ ਅੱਗ ਲੱਗ ਜਾਏ, ਪਰ ਜੇ ਕਿਤੇ ਅੱਗ ਕਿਸੇ ਘਰ ਅੰਦਰ ਲੱਗੀ ਹੋਵੇ, ਹੁਣ ਘਰ ਅੰਦਰ ਸਾਜੋ ਸਮਾਨ ਬੜਾ ਪਿਆ ਹੋਇਆ ਹੈ, ਜੇ ਕਿਤੇ ਆਪਾਂ ਉਪਰਾਲਾ ਨਹੀਂ ਕਰਦੇ, ਚਾਰ ਮਨੁੱਖ ਇਕੱਠੇ ਹੋ ਕੇ ਅੱਗ ਬੁਝਾਉਣ ਦਾ ਯਤਨ ਨਹੀਂ ਕਰਦੇ, ਲੋਕ ਖੜੇ ਹੋਏ ਸਲਾਹ ਦੇਈ ਜਾਣ ਕਿ ਇੰਨੀ ਅੱਗ ਭੜਕ ਚੁੱਕੀ ਹੈ, ਹੁਣ ਇਸ ਅੱਗ ਨੇ ਨਹੀਂ ਬੁਝਣਾ ਤੇ ਜਿੰਨਾ ਕੁ ਸਮਾਨ ਅੰਦਰ ਰਹਿ ਗਿਆ ਉਹ ਵੀ ਸਾਰਾ ਸੜ ਜਾਣਾ ਹੈ। ਇਸ ਕਰਕੇ ਜੇ ਪਤਾ ਲੱਗ ਗਿਆ ਕਿਤੇ ਅੱਗ ਲੱਗ ਗਈ, ਇਕੱਠੇ ਹੋ ਕੇ ਬੁਝਾਉਣ ਦਾ ਯਤਨ ਕਰੋ। ਸਾਰਾ ਤੇ ਨਹੀਂ ਪਰ ਕੁਝ ਨਾ ਕੁਝ ਤਾਂ ਬਚ ਜਾਏਗਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿਣ ਲੱਗੇ ਸਾਰੇ ਸਵਾਸ ਚਲੇ ਗਏ, ਬਚਪਨ ਦੇ ਗਲੇ ਗਏ ਚਲੇ ਗਏ, ਜਵਾਨੀ ਦੇ ਚਲੇ ਗਏ, ਪਰ ਬੁਢਾਪੇ ਦੇ ਸਵਾਸ ਅਜੇ ਤੇਰੇ ਕੋਲ ਹਨ। ਇਹਨਾਂ ਸਵਾਸਾਂ ਨੂੰ ਸਫਲਿਆਂ ਕਰ ਲੈ ਤਾਂ ਵੀ ਕਰਤੇ ਵਿੱਚ ਲੀਨ ਹੋ ਜਾਏਗਾ। ਔਰ ਇਹਨਾਂ ਦੀ ਵਿਆਖਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਕਰ ਗਏ, ਕਿਉਂਕਿ ਜਿਸ ਦਿਨ ਇੱਕ ਬ੍ਰਹਮਚਾਰੀ ਸਾਧ ਮਿਲਦਾ ਹੈ, ਹਰਦੁਆਰ ਦੀ ਧਰਤੀ ਤੋਂ ਉਹ ਨਾਲ ਆ ਜਾਂਦਾ ਹੈ ਬਾਸਰ ਕੇ ਨਗਰ ਅੰਦਰ, ਕਿਉਂਕਿ ਬੜੀ ਮਿੱਤਰਤਾ ਉਸ ਨਾਲ ਪੈ ਚੁੱਕੀ ਸੀ। ਤੇ ਘਰ ਦੇ ਅੰਦਰ ਆ ਕੇ ਜਦੋਂ ਰਾਤ ਦੇ ਸਮੇਂ ਪ੍ਰਸ਼ਾਦਾ ਛਕਣ ਲੱਗੇ ਨੇ ਤੇ ਬ੍ਰਹਮਚਾਰੀ ਸਾਧ ਪੁੱਛਦਾ, ਬਾਬਾ ਅਮਰਦਾਸ ਤੇਰਾ ਰਹਿਣ ਸਹਿਣ ਬੜਾ ਸੋਹਣਾ, ਤੂੰ ਗੰਗਾ ਮਈਆ ਦੇ ਬੜੇ ਗੀਤ ਗਾਉਣਾ ਹੈ, ਕਿਉਂਕਿ ਹਰਦੁਆਰ ਦੀ ਧਰਤੀ ਤੇ ਜਾਂਦੇ ਸਨ, ਅਜੇ ਗੁਰੂ ਨਾਲ ਮਿਲਾਪ ਨਹੀਂ ਸੀ ਹੋਇਆ, ਕਿ ਤੇਰਾ ਰਹਿਣ ਸਹਿਣ ਬਹੁਤ ਸੋਹਣਾ, ਕਿਰਪਾ ਕਰਕੇ ਇਹ ਦੱਸੇਗਾ ਕਿ ਤੇਰਾ ਗੁਰੂ ਕੌਣ ਹੈ। ਜਦੋਂ ਇੰਨੇ ਬਚਨ ਕੀਤੇ ਤੇ ਬਾਬਾ ਅਮਰਦਾਸ ਜੀ ਦੇ ਮਾਨੋ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਂਦੀ ਏ ਕਿ ਐ ਮੇਰੇ ਮਿੱਤਰ ਤੇਰੇ ਸਾਹਮਣੇ ਮੈਂ ਝੂਠ ਨਹੀਂ ਬੋਲਦਾ, ਜੇ ਸੱਚ ਪੁੱਛਦਾ ਹੈ ਤੇ ਮੈਂ ਅਜੇ ਤੱਕ ਗੁਰੂ ਧਾਰਿਆ ਹੀ ਕੋਈ ਨਹੀਂ। ਉਸੇ ਵਕਤ ਬ੍ਰਹਮਚਾਰੀ ਸਾਧ ਪ੍ਰਸ਼ਾਦਾ ਪਾਣੀ ਛੱਡ ਕੇ ਪਿੱਛੇ ਹੋ ਕੇ ਦੌੜ ਜਾਂਦਾ ਹੈ ਕਿ ਤੂੰ ਮੇਰਾ ਸਾਰਾ ਕੁਝ ਖਾਦਾ ਪੀਤਾ ਪਿੱਟ ਦਿੱਤਾ, ਤੂੰ ਮੇਰੇ ਰੱਖੇ ਹੋਏ ਵਰਤ ਇਹ ਸੰਜਮ
सब कुछ खत्म कर दिते, क्योंकि मैं निगुरे दे हथ दा खा लिया, तू गुरु वाला नहीं बनया। शायद ओ ब्रह्मचारी साहब ते इन्ने बोल करके निकल जाता है, पर बाबा अमरदास जी नूं चैन कोई नहीं आउंदा कि कंधी उत्ते रुखड़ा उम्र बुढ़ापे वाली हो चुकी है, 60 साल दे आस पास आरजा हो चुकी है, हुण पूरा गुरु कदों मिलेगा। पर भाई वीर सिंह ने एक हौसला दिता है, सानू समझाया, कहन लगे जे मन अंदर किते ऐसी खित पैदा होई, जे मिलन दा अंदर मान लो प्यार एक पैदा होया ते यत्न कर, पिछे ना हटी, एक दिन मिलाप भी हो जाएगा। तू तां तुर, जे तू ही नहीं तुरिया ते मिलाप किवें होना है। सीने खिच जिन्हां ने खाधी ओ कर आराम नहीं बहिंदे, न्यो वाले नैणा दी नींदर ओ दिने रात पे वहिंदे, इक्को लगन लगी ली जांदी है टोर अनंत उन्हां दी, वसलों उरे मुकाम ना कोई, सो चाल पे नित रहिंदे, जिवें पानी रात दिन तुरिया जांदा है। पत्थरां दा ठोकरां ए चट्टानां दा ठोकरां दा सारा सामना करदा जांदा है, पर एक दिन अपने समुंदर उस शव सागर दे अंदर लीन हो जांदा है। कहन लगे बस इसे तरह तू भी तुरिया जा, एक दिन मिलाप हो जाएगा। बाबा अमरदास जी जे अपने घर दे विचों गुरु के इन्हां बोलां नूं सुणदे हन कि काया आरण मन विच लोहा, पंच अगन तित लाग रही, कोयले पाप पड़े तिस ऊपर मन जलिया, सन्नी चिंत बई के मन सड़ के कोड़ा हो गया, कोई इलाज है? ते नाल ही उत्तर मिल गया, भया मनूर कंचन फिर होवे, जे गुर मिले तिनेहा, एक नाम अमृत ओ देवै तो नानक तृष्ट सुदेखा। जे मनमुख बन गए, जे एक मनूर लोहे वांग बन गए, जे पूरा गुरु किते मिल जाए ते ओ पूरा गुरु फिर उसे तरह ही असले दे नाल मिला दिंदा है। की होया जे बुढ़ापे दे दिन चल रहे ने, गुरु पूरा मिल जाए ते मिलाप हो सकदा है। पिछे ना हटदे कोई बाबा अमरदास खडूर साहिब दी धरती ते जाके 12 साल दे आस पास सेवावां निभाउंदे ने, गुरु के बचनां नूं पढ़दे ने, ते ओही गुरु अंगद साहिब जी एक दिन इसे बाबा अमरदास जी नूं तीसरा गुरु थाप देंदे ने। बुढ़ापा भी उन्होंने सफला कर लिया। जो साहब जी ने सानू इशारा किया है कि ऐ इंसान जे किते आपां एक दिहाड़ीदार भी घर दे अंदर लाइए, वो भी शाम नू सारा हिसाब किताब करदा है, मेरे इन्ने क पैसे बन गए। जे कोई किसानी है, किसान अंदोलन दी ही गल कर लईए, वो बैठे हुए ने कि आउण वाले समय अंदर किते साडे बच्चियां उपर बड़ी वड्डी विपता इस समय दी सरकार ना पा दे, इस करके कुछ बोलन दा यतन करिए, रौला पाउण दा यतन करिए, किते सरकार सुन ले। वो भी दिन रात कुरला रहे ने कि आउण वाली अंश बंश किते डुब ना जाए। इसे तरह साहब भी कह रहे ने कि किते तुम ही अपने आप दा लेखा जोखा कर ले। जे बचपन चला गया, जवानी चली गई, जे बुढ़ापे दे दिन तेरे कोल हन ते इन्हां दिनां नूं ही सफलियां करन दा यतन कर, ताकि संसार दे अंदर तेरा आया होया सफला हो जाए। बिरद पयो सूझै नहीं, काल पहुंचियो आन, कहो नानक नर बावरे, क्यों ना भजै भगवान। क्यों परमात्मा नू चेते नहीं करदा? जे उस नू चेते कर लहेगा ते तेरी जवानी भी सौर सकदी है, तेरा बुढ़ापा भी सौर सकदा है, एक एक सवास बाकी रहिंदा होया तेरा सफला हो सकदा है। और गुरु दे उस सिद्धांतां दे नाल ही सारा कुछ होना है। ते मैं पहला भी ये जिक्र कीता है कि सतगुरु कहंदे अपने काम कार सारा दिन करो, कोई नहीं मैं रोकदा, बस नाल नाल उस करते परमात्मा नू उसदे गुणां नू चेते करी जाओ ते संसार अंदर आया होया सारियां दा सफला हो सकदा है। सतगुरु कृपा करन, गुरु के बचन साडे हिरदियां दे अंदर वसन, इन्हां बचनां दे मुताबिक सानू चलण दी जाच आ जाए। जो कहने खां वो कमाउण दा यतन भी करिए।
ਸਤਿਗੁਰੂ ਕਿਰਪਾ ਕਰਨ, ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।